बिस्मिल्लाहिर्रहमानिर्रहीम। नाजरीन, मैं कैसर महमूद मदनी हूँ। आप हमें सोशल मीडिया पर देख रहे हैं। अक्सर एक लफ्ज़ हम सुनते हैं, ओवरसीज़ पाकिस्तानी। तो आज एक ऐसे ओवरसीज़ पाकिस्तानी मेरे साथ मौजूद हैं जिन्होंने पाकिस्तान किस इलाके से सफ़र शुरू किया, आज किस मकाम पर हैं, यहाँ तक कैसे पहुँचे, बड़ी एक खूबसूरत स्टोरी आपके साथ शेयर करेंगे। आइए, मैं चाहता हूँ उन्हीं के साथ उनका तारफ़ करवाएं। जी, अस्सलामु अलैकुम वरहमतुल्लाह। जी वालेकुम अस्सलाम वरहमतुल्लाह वबरकातुहू। कैसे हैं आप? ठीक जी हैं? बिल्कुल ठीक ठाक, अल्लाह दा शुक्र। ठीक हो गया। थोड़ा जिहा अपना तारफ़ कराओ, तुहाडा मुकम्मल नाम की है? मतलब मैं तो जानना, लेकिन नाज़रीन नूं पता चले कि कौन इंटरव्यू दे रहे हैं। तुहाडा नाम, किस इलाके तो ताल्लुक है, इत्थे कित्थे रह रहे हो, ये ज़रा थोड़ा जिहा तारफ़ हो जाए। जी बिस्मिल्लाहिर्रहमानिर्रहीम। सब तो पहले तो जितने साडे दोस्त ये साडा प्रोग्राम वेख रहे हैं सारिਆਂ ਨੂੰ प्यार भरा सलाम। मेरा नाम जी मुदस्सर इकबाल गोंदड़, छिमो, ज़िला मंडी बाउलदीन। इस टाइम असी जी माशाअल्लाह इटली के शहर प्रातो विच रह रहे हैं। ये साडा जी मुकम्मल तारफ़ है। और उस तो बाद मैं सब तो पहले ये भी भाई होरां दा शुक्रिया अदा करना चाहना कि जेड़ा बंदा ना चीज़ को पहुँचे। मैं कोई एडा खास नहीं, एक आम जिहा इंसान हाँ, लेकिन बहुत शुक्रिया जी, तुसीं अज साडे कोल आए हो ते साडा इंटरव्यू कर रहे हो। आपका भी शुक्रिया, आपने टाइम दिता, जज़ाकल्लाह, थैंक यू वेरी मच। अच्छा गोंदल साहब, ये दसो कि पाकिस्तान तो लैके इटली तक का जिहड़ा सफ़र है वो मुदस्सर इकबाल गोंदल साहब ने किवें कीता, किस सन विच कीता, कितनी देर हो गई? पाकिस्तान असी छीमों तो जिहड़ा तुहाडा पिंड है उत्थों स्टार्ट करांगे, ज़रा दस्सिया जी। जी भाजी, मैं एक तो कोशिश करांगा, चलो साडे ज़्यादा जिहड़ा कल्चर है ना, असीं पंजाबी पसंद करते हैं जी जी, ते पंजाबी च गल करांगे। ज़रूरी, ते बिल्कुल ठीक। मैं जी 1999 ਵਿੱਚ ਇਹ ਸਫ਼ਰ ਦਾ ਆਗਾਜ਼ ਕੀਤਾ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਜੀ, ਸਾਰੇ ਅਸੀਂ ਜ਼ਿਮੀਂਦਾਰ ਗੋਂਦਲ ਬਰਾਦਰੀ ਨਾਲ ਸਾਡਾ ਤਾਲੁਕ ਹੈ। ਤੇ ਵਕਤ ਹਾਲਾਤ ਹਰ ਇਨਸਾਨ ਦੇ ਇਹੋ ਜਿਹੇ ਹੀ ਹੁੰਦੇ ਨੇ ਕਿ ਬੰਦਾ ਬਾਹਰ ਮਜਬੂਰੀਆਂ ਨਹੀਂ ਹੁੰਦਾ। बिल्कुल ठीक। ਅਸੀਂ ਆਪਣੀ ਮਜਬੂਰੀ ਸਾਹਮਣੇ ਰੱਖਦੇ ਹਾਂ। ਮੈਂ ਕੋਈ ਇਹ ਨਹੀਂ ਆਪਣੇ ਆਪ ਨੂੰ ਇੱਕ ਵੱਡਾ ਜਾਂ ਮਤਲਬ ਇਹ ਮਾਸ਼ਾਅੱਲਾ ਸਾਡੇ 'ਚ ਗੱਲ ਕੋਈ ਨਹੀਂ। ਆਪਣੇ ਹਾਲਾਤ ਦੇ ਮੁਤਾਬਕ ਹੀ मैं सफ़र शुरू किया जी। 1999 ਵਿੱਚ जी मैं सफ़र शुरू किया जी 99 'ਚ। ਤੇ ਇੱਕ ਮੇਰੀ ਰਿਕੁਐਸਟ ਹੈ ਸਾਰਿਆਂ ਬੰਨਿਆਂ ਅੱਗੇ, ਚਲੋ ਸਾਡਾ ਜਿਹੜਾ ਸਫ਼ਰ ਹੈ ਉਹ ਉਸ ਟਾਈਮ ਮਜਬੂਰੀਆਂ ਹੋਣ ਵਕਤ ਉਹ ਨਹੀਂ ਆਈ, तो 25-26 ਸਾਲ ਹੁਣ ਦੁਨੀਆ ਮਜ਼ੀਦ ਐਡਵਾਂਸ ਹੋ ਗਈ ਹੈ। बिल्कुल ठीक। ਬਹੁਤ ਸਾਰੇ ਐਸੇ ਲੀਗਲ ਤਰੀਕੇ ਨੇ ਕਿ ਜਿਹਦੇ ਨਾਲ ਬੰਦਾ ਆ ਸਕਦਾ ਹੈ। ठीक हो गया। ਅਸੀਂ ਉਸ ਦੌਰ 'ਚੋਂ ਕੋਈ ਇੰਜ ਦਾ ਲੀਗਲ ਤਰੀਕਾ ਨਹੀਂ। सही सही। ਇਹ ਮੈਂ ਕੋਈ ਅੱਛਾ ਜਾਂ ਮਤਲਬ ਇੱਕ ਲੀਗਲ ਤਰੀਕੇ ਨਾਲ ਹੋਣਾ ਚਾਹੀਦਾ ਹੈ। बिल्कुल ਗਲਤ ठीक। ਕੰਮ ਆਈ जी ਲੇਕਿਨ जी, ਇੱਕ ਡੰਕੀ ਲਾ ਕੇ ਆਇਆ ਹੈ। सही सही। ਤੇ ਅਸਾਂ ਜੀ ਮਤਲਬ ਮੰਡੀ ਬੋਲਦੀਨ ਤੋਂ ਸਫ਼ਰ ਸ਼ੁਰੂ ਕੀਤਾ। ਫਿਰ ठीक। ਤੁਹਾਨੂੰ ਪਤਾ ਹੈ ਜਿਵੇਂ ਕੁਵੈਟਾ, ਈਰਾਨ, ਤੁਰਕੀ ਵਗੈਰਾ सही ਕਰਦੇ ਕਰਦੇ ਅਲਹਮਦੁਲਿਲਾ ਅਸੀਂ ਜੀ ਇੱਥੇ ਇਟਲੀ ਪਹੁੰਚੇ ਹਾਂ। हम्म। ਇੱਥੋਂ ਜੀ ਆਪਣਾ ਮਜ਼ਦੂਰੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਤੇ ਅਲਹਮਦੁਲਿਲਾ ਅੱਜ ਅਸੀਂ ਇਸ ਸਟੇਜ 'ਤੇ ਹਾਂ ਕਿ ਇਹ ਨਹੀਂ ਆਖ ਸਕਦੇ ਲੇਕਿਨ ਵੈਲ ਸੈਟਡ ਹਾਂ ਅਲਹਮਦੁਲਿਲਾ। ਬਹੁਤ ਅੱਛਾ, ਅੱਲਾਹ ਤਾਲਾ ਬਹੁਤ ਇੱਜ਼ਤ ਦਿੱਤੀ ਹੈ। ਇਹਦੇ ਨਾਲ ਹੀ ਐਡ ਕਰ ਦਿਓ ਕਿ ਤੁਸੀਂ ਇਟਲੀ ਦੇ ਕਿਹੜੇ ਸ਼ਹਿਰ ਆਏ ਸੋ? ਇੱਥੇ ਇਹ ਪਰਾਤੋ ਹੀ ਆਏ ਸੋ? ਨਹੀਂ ਜੀ, ਮੈਂ ਇਟਲੀ ਦਾ ਸ਼ਹਿਰ ਹੈ ਜੀ, ਬਹੁਤ ਇਟਲੀ ਦਾ ਮਸ਼ਹੂਰ ਸ਼ਹਿਰ ਹੈ। ਇਹ ਇੱਥੇ ਇੱਕ ਲਾਗੋ ਦੀ ਗਾਰਦਾ ਜੀ। ਜੀ ਜੀ। ਲਾਗੋ ਦੀ ਗਾਰਦਾ ਉੱਤੇ ਰੀਵਾ ਦਿਲ ਗਾਰਦਾ ਸ਼ਹਿਰ ਹੈ, ਤਰੈਂਤੋ ਪ੍ਰੋਵਿੰਸ ਹੈ। ਉੱਥੇ ਕਿੰਨੀ ਦੇਰ ਰਹੇ ਹੋ ਫਿਰ? ਇਸ ਸ਼ਹਿਰ ਵਿੱਚ ਕਿੰਨੀ ਦੇਰ ਜੀ ਹੋ? ਮੈਂ ਉੱਥੇ ਜੀ ਰਿਹਾ ਜੀ 1 ਸਾਲ। 1 ਸਾਲ ਉੱਥੇ ਅਸੀਂ ਰਹੇ, ਫਰੂਟ ਦਾ ਕੰਮ ਕਰਦੇ ਰਹੇ, ਫਿਰ ਹੋਟਲ ਦਾ ਕੰਮ ਕਰਦੇ ਰਹੇ। ਉਸ ਤੋਂ ਬਾਅਦ ਮੈਂ ਜੀ 1 ਸਾਲ ਬਾਅਦ ਫਰਾਂਸ ਸ਼ਿਫਟ ਹੋ ਗਿਆ ਓਕੇ। ਕਿਉਂਕਿ ਇੱਥੇ ਡਾਕੂਮੈਂਟਸ ਦਾ ਮਸਲਾ ਹੀ, ਬਗੈਰ ਡਾਕੂਮੈਂਟਸ ਤੋਂ ਕੰਮ ਨਹੀਂ ਮਿਲਦਾ। ਠੀਕ ਠੀਕ। ਇਸ ਵਾਸਤੇ ਫਿਰ ਮੈਂ ਡਾਕੂਮੈਂਟਸ ਦੀ ਨਾ ਹੋਣ ਦੀ ਵਜ੍ਹਾ ਤੋਂ, ਕੰਮ ਨਾ ਮਿਲਣ ਦੀ ਵਜ੍ਹਾ ਤੋਂ ਫਰਾਂਸ ਸ਼ਿਫਟ ਹੋ ਗਿਆ। ਠੀਕ। ਫਿਰ ਜੀ ਅਸੀਂ 5 ਸਾਲ ਫਰਾਂਸ ਰਹੇ ਹਾਂ। ਓਕੇ। 5 ਸਾਲ ਫਰਾਂਸ ਰਹਿਣੇ ਤੋਂ ਬਾਅਦ 2005 'ਚ ਮੈਂ ਜੀ ਇਸ ਪਰਾਤੋ ਸ਼ਹਿਰ ਸ਼ਿਫਟ ਹੋਇਆ ਤੇ ਠੀਕ ਹੋ ਗਿਆ। ਅਲਹਮਦੁਲਿਲਾ ਅੱਜ ਤੱਕ ਪਰਾਤੋ 'ਚ ਹੀ ਹਾਂ ਤਕਰੀਬਨ 20 ਸਾਲ ਹੋ ਗਏ ਜੀ। ਅੱਛਾ ਮੁਦੱਸਰ ਇਕਬਾਲ ਗੋਂਦਲ ਸਾਹਿਬ, ਇਹ ਦੱਸੋ ਕਿ ਮੈਂ ਜਿੰਨੀ ਤੁਹਾਡੀ ਗੱਲਬਾਤ ਸੁਣੀ ਹੈ, ਸੋਸ਼ਲ ਮੀਡੀਆ ਦੇਖਿਆ, ਤੁਸੀਂ ਬੜੇ ਕਾਮਯਾਬ ਇਨਸਾਨ ਹੋ। ਅੱਲਾ ਨੇ ਬੜੀਆਂ ਇੱਜ਼ਤਾਂ ਦੇ ਨਾਲ ਆਪ ਨੂੰ ਨਵਾਜ਼ਿਆ। ਮੁਦੱਸਰ ਇਕਬਾਲ ਗੋਂਦਲ ਸਾਹਿਬ ਨੇ ਇਹ ਸਾਰੀ ਕਾਮਯਾਬੀ ਕਿਵੇਂ ਹਾਸਲ ਕੀਤੀ? ਇਹ ਜ਼ਰਾ ਸਾਰੀ ਆਪਣੀ ਸਟਰਗਲ ਦੱਸੋ ਜੀ। ਮੈਂ ਫਿਰ ਇੱਕ ਦਫਾ ਇਹ ਸਮਝਦਾ ਕਿ ਮੈਂ ਵੀ ਉਹੀ ਇਨਸਾਨ ਹਾਂ ਜਿਹੋ ਜਿਹੇ ਦੂਜੇ ਇਨਸਾਨ ਹਾਂ। ਸਹੀ ਸਹੀ। ਮੈਂ ਕੋਈ ਕਿਸੇ ਵੱਖਰੀ ਦੁਨੀਆ ਤੋਂ ਨਹੀਂ ਆਇਆ। ਸਭ ਤੋਂ ਪਹਿਲਾਂ ਤਾਂ ਜੀ ਮੈਂ ਸਮਝਦਾ ਹਰ ਇਨਸਾਨ ਦੀ ਕਾਮਯਾਬੀ ਪਿੱਛੇ ਮਾਂ ਪਿਓ ਦੀਆਂ ਦੁਆਵਾਂ। ਬਿਲਕੁਲ ਠੀਕ। ਤੁਹਾਡੀ ਮਾਂ ਪਿਓ ਦੀ ਦੁਆ ਤੁਹਾਡੇ ਨਾਲ ਹੈ, ਭੈਣਾਂ ਭਰਾਵਾਂ ਦੀ ਦੁਆ ਤੁਹਾਡੇ ਨਾਲ ਹੈ, ਅੱਲਾਹ ਤਾਲਾ ਕਾਮਯਾਬ ਹੋ ਜਾਂਦਾ ਹੈ। ਬਾਕੀ ਮੇਰੀ ਇਸ ਚੀਜ਼ 'ਤੇ ਬਲੀਵ ਹੈ ਜਾਂ ਇਸ ਗੱਲ 'ਤੇ ਮੇਰਾ ਯਕੀਨ ਹੈ ਅਲਹਮਦੁਲਿਲਾ। ਇਨਸਾਨ ਨੂੰ ਨੀਅਤ ਔਰ ਝੂਠ, ਇਹ ਦੋ ਚੀਜ਼ਾਂ ਅਗਰ ਤੁਹਾਡੇ ਵਿੱਚ ਨਹੀਂ ਤਾਂ ਤੁਸੀਂ ਇਨਸ਼ਾਅੱਲਾ ਕਾਮਯਾਬ ਹੋ ਜਾਂਦੇ ਹੋ। ਸਹੀ। ਸਭ ਤੋਂ ਪਹਿਲਾਂ ਤਾਂ ਜੀ ਮਾਂ ਪਿਓ ਦੀਆਂ, ਭੈਣਾਂ ਭਰਾਵਾਂ ਦੀਆਂ ਦੁਆਈਆਂ। ਉਸ ਤੋਂ ਬਾਅਦ ਜੀ ਕੋਸ਼ਿਸ਼ ਕੀਤੀ ਹੈ ਕਿ ਆਪਣੀ ਜ਼ਿੰਦਗੀ 'ਚ ਕੋਈ ਗਲਤ ਕੰਮ ਨਾ ਕਰੀਏ। ਠੀਕ ਹੈ। ਮਿਹਨਤ ਮਜ਼ਦੂਰੀ ਕੀਤੀ ਹੈ। ਮਤਲਬ ਸ਼ਾਰਟਕਟ ਨਹੀਂ ਕੋਈ ਮਾਰਿਆ, ਨਹੀਂ ਹੱਕ ਹਲਾਲ ਦੇ ਨਾਲ ਚੱਲੇ? ਨਹੀਂ ਜੀ ਅਲਹਮਦੁਲਿਲਾ ਜੀ, ਮੈਂ ਬੜੇ ਮੁਸ਼ਕਲ ਹਾਲਾਤ ਵੇਖੇ। ਅੱਛਾ, ਇਹ ਅਗਰ ਤੁਸੀਂ ਨਾ ਥੋੜ੍ਹਾ ਜਿਹਾ ਨੌਜਵਾਨ ਨਸਲ ਨੂੰ ਦੱਸੋ
ਸ਼ੋਰਟ ਕਰਕੇ ਕਿ ਕਿਹੜੇ ਮੁਸ਼ਕਲ ਹਾਲਾਤ ਤੋਂ ਗੁਜ਼ਰ ਕੇ ਗੋਂਦਲ ਸਾਹਿਬ ਅੱਜ ਇਸ ਮੁਕਾਮ ਤੇ ਪਹੁੰਚੇ ਨੇ, ਕਿਹੜੇ ਕੰਮ ਕੀਤੇ ਨੇ ਜਿਹੜਾ ਤੁਸੀਂ ਦੱਸਣਾ ਚਾਹੋ ਇੱਥੇ? ਜੀ ਮੈਂ ਆਪਣੀ ਨੌਜਵਾਨ ਨਸਲ ਨੂੰ ਸਭ ਤੋਂ ਪਹਿਲਾਂ ਤੇ ਜੀ ਮੇਰਾ ਇਹ ਪੂਰੀ ਓਵਰਸੀਜ਼ ਪੂਰੀ ਦੁਨੀਆ ਦੇ ਜਿतने ਸਾਡੇ ਓਵਰਸੀਜ਼ ਨੂੰ ਔਰ ਬਾਸ਼ਮੂਲ ਪਾਕਿਸਤਾਨ ਜਿतने ਸਾਡੀ ਨੌਜਵਾਨ ਨਸਲ ਹੈ, ਮੇਰੀ ਰਿਕੁਐਸਟ ਹੈ, ਇਹ ਕੋਈ ਮੇਰਾ ਆਰਡਰ ਨਹੀਂ ਜਾਂ ਮੇਰਾ ਹੁਕਮ ਨਹੀਂ, ਮੇਰੀ ਰਿਕੁਐਸਟ ਹੈ ਪਿਆਰ ਭਰੀ ਕਿ ਕੋਸ਼ਿਸ਼ ਕਰੋ ਗਲਤ ਕੰਮਾਂ ਤੋਂ ਬਚੋ, ਠੀਕ ਹੋ, ਨਸ਼ੇ ਤੋਂ ਬਚੋ, ਗਲਤ ਕੰਮਾਂ ਤੋਂ ਬਚੋ, ਆਪਣੇ ਮਾਪਿਓ ਦੀ ਇੱਜ਼ਤ ਕਰੋ, ਸਭ ਤੋਂ ਜ਼ਰੂਰੀ ਤੇ ਇਹ ਚੀਜ਼ਾਂ। ਔਰ ਇਨਸਾਨ ਨੂੰ ਦੁਨੀਆ ਤੇ ਉਹ ਕੰਮ ਕਰਨਾ ਚਾਹੀਦਾ ਹੈ ਕਿ ਪੂਰੀ ਦੁਨੀਆ ਹੈ, ਦੁਨੀਆ ਫਾਨੀ ਹੈ, ਜਦੋਂ ਤੁਸੀਂ ਦੁਨੀਆ ਤੋਂ ਜਾਓ ਤੁਹਾਡਾ ਕੋਈ ਨਾਂ ਲੈਣੇ ਵਾਲਾ ਹੋਵੇ। ਔਰ ਨੌਜਵਾਨ ਨਸਲ ਨੂੰ ਸ਼ਾਰਟਕਟ ਨਹੀਂ ਲੈਣੇ ਚਾਹੀਦੇ, ਮਿਹਨਤ ਕਰੋ, ਮਿਹਨਤ ਤੋਂ ਬਾਅਦ ਜਿਹੜਾ ਫਲ ਲੱਭਦਾ ਨਾ ਉਹਦਾ ਉਪਰੇ ਸਕੂਨ ਹੁੰਦਾ। ਮੈਂ ਜੀ ਅਲਹਮਦੁਲਿਲਾ ਜਦੋਂ ਇੱਥੇ ਆਇਆ ਤੁਹਾਨੂੰ ਦੱਸਿਆ ਇਟਲੀ ਵਿੱਚ ਸਭ ਤੋਂ ਪਹਿਲੇ ਦਿਨ ਜਿਹੜਾ ਮੇਰਾ ਕੰਮ ਹੈ ਉਹ ਜੀ ਮੈਂ ਫਰੂਟ ਖੋਣੇ ਦਾ ਕੰਮ ਕੀਤਾ, ਦਿਹਾੜੀ ਲਾਈ ਹੈ ਜੀ, ਮਾਸ਼ਾਅੱਲਾ। ਉਸ ਤੋਂ ਬਾਅਦ ਮੈਂ ਜੀ ਰੈਸਟੋਰੈਂਟ ਤੇ ਕੰਮ ਕੀਤਾ ਹੈ, ਮੈਂ ਕੋਈ ਰੈਸਟੋਰੈਂਟ ਦਾ ਮੈਨੇਜਰ ਨਹੀਂ, ਅਲਹਮਦੁਲਿਲਾ ਜੀ ਪਲੇਟਾਂ ਧੋਂਦੇ ਰਹੇ ਹਾਂ, ਜ਼ਬਰਦਸਤ। ਤੇ ਮੈਨੂੰ ਇਸ ਚੀਜ਼ ਦਾ ਵੀ ਫਖਰ ਹੈ, ਕੁਝ ਬੰਦੇ ਆਪਣੀਆਂ ਚੀਜ਼ਾਂ ਛੁਪਾਉਂਦੇ ਨੇ, ਮੈਂ ਆਪਣੀ ਸਾਰੀ ਜ਼ਿੰਦਗੀ ਨੈਚੁਰਲ ਹੈ ਮੇਰੀ, ਮੈਂ ਕਦੀ ਕੋਈ ਚੀਜ਼ ਛੁਪਾਈ ਨਹੀਂ। ਜ਼ਬਰਦਸਤ। ਦੇਖੋ ਜੀ ਮੈਂ ਹੁਣ ਜੀ ਆਖ ਦੇਵਾਂ ਮੈਂ ਫਲਾਣਾ ਫੰਨੇ ਖਾਈ ਫਲਾਣਾ ਹੀ ਮਤਲਬ ਝੂਠ ਹੈ, ਇਹਦਾ ਫਾਇਦਾ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਫਰੂਟ ਖੁਦ ਹੈ, ਪਲੇਟਾਂ ਧੋਤੀਆਂ। ਉਸ ਤੋਂ ਬਾਅਦ ਮੈਂ ਜੀ ਫਰਾਂਸ ਸ਼ਿਫਟ ਹੋ ਗਿਆ। ਫਰਾਂਸ ਤਕਰੀਬਨ ਸਾਰਿਆਂ ਬੰਦਿਆਂ ਨੂੰ ਪਤਾ ਉੱਥੇ ਜੀ ਰੰਗ ਦਾ ਕੰਮ ਹੈ, ਮੈਂ ਰੰਗ ਦਾ ਕੰਮ ਸ਼ੁਰੂ ਕੀਤਾ ਹੈ, ਦੀਵਾਰਾਂ ਰਗੜੀ ਦੀਆਂ ਜੀ, ਰੇਗ ਮਾਰੀ ਦਾ ਜੀ, ਮਾਸ਼ਾਅੱਲਾ। ਇਸ ਜ਼ਿਹਨ 'ਚ ਇੱਕ ਹੀ ਚੀਜ਼ ਹੈ ਕਿ ਇੱਕ ਦਿਨ ਇਨਸ਼ਾਅੱਲਾ ਕਾਮਯਾਬ ਹੋਣਾ ਹੈ ਔਰ ਕੰਮ ਆਪਣਾ ਕਰਨਾ ਹੈ, ਜ਼ਬਰਦਸਤ। ਉਸ ਵਾਸਤੇ ਮੈਨੂੰ ਅਜੇ ਅਲਹਮਦੁਲਿਲਾ ਮੈਨੂੰ ਯਾਦ ਹੈ ਸਾਡਾ ਇੱਕ ਮੰਡੀ ਬੌਲਦੀਨ ਦਾ ਬੜਾ ਮਸ਼ਹੂਰ ਪਿੰਡ ਹੈ ਸਾਈ, ਉੱਥੋਂ ਦਾ ਠੇਕੇਦਾਰ ਹੈ ਜਿਸ ਨਾਲ ਮੈਂ ਕੰਮ ਕਰਦਾ ਸੀ। ਜਦੋਂ ਬੰਦੇ ਕੰਮ ਛੁੱਟੀ ਕਰ ਲੈਂਦੇ ਹਨ ਤਾਂ 1 ਘੰਟਾ ਮੈਂ ਐਕਸਟਰਾ ਕੰਮ ਕਰਦਾ ਸੀ। ਅੱਛਾ। ਮੈਂ ਉਹਨਾਂ ਦਾ ਇਹਦੇ ਤੂੰ ਮੈਨੂੰ ਪੈਸੇ ਨਹੀਂ ਦੇਣੇ, ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਬੰਨਿਆਂ ਵਿੱਚ, ਉਹ ਫਿਰ ਨਵੇਂ ਬੰਦੇ ਨੂੰ ਕੰਮ ਨਹੀਂ ਦੱਸਦੇ। ਜਦੋਂ ਤੁਸੀਂ ਆਪਣੇ ਆਪ ਕਰਨਾ ਹੈ ਤੁਸੀਂ ਫਿਰ ਸਾਰੇ ਕੰਮ ਕਰਦੇ ਹੋ। ਮੈਂ ਉਹ ਜਿਹੜਾ ਐਕਸਟਰਾ ਘੰਟਾ ਕੰਮ ਕਰਦਾ ਸੀ, ਮੈਂ ਉਹਦੇ ਵਿੱਚ ਆਪਣਾ ਜਿਹੜੇ ਕੰਮ ਸਿੱਖਣਾ ਚਾਹੁੰਦਾ ਸੀ ਮੈਂ ਉਹਨਾਂ ਕੰਮਾਂ ਲੱਗਾ ਰਹਿੰਦਾ ਸੀ। ਸਿਰਫ ਜ਼ਿਹਨ 'ਚ ਇਹ ਆਈ ਕਿ ਅਗਰ ਘੰਟੇ ਦੀ ਪੇ ਨਹੀਂ ਵੀ ਲੱਭਦੀ ਲੇਕਿਨ ਇਹ ਮੈਂ ਕੰਮ ਸਿੱਖ ਜਾਵਾਂਗਾ। ਨਾਜ਼ਰੀਨ ਇਹ ਦੇਖਿਆ ਜੇ ਕਾਮਯਾਬੀ ਐਵੇਂ ਨਹੀਂ ਲੱਭਦੀ, ਮਤਲਬ ਕਾਮਯਾਬੀ ਦਾ ਗੁਰ ਇਹਨਾਂ ਨੇ ਦੱਸ ਦਿੱਤਾ। ਅੱਛਾ ਮੁਦੱਸਰ ਇਕਬਾਲ ਗੋਂਦਲ ਸਾਹਿਬ, ਤੁਸੀਂ ਇੱਕ ਆਮ ਵਰਕਰ ਦੀ ਹੈਸੀਅਤ ਨਾਲ ਇੱਥੇ ਇਟਲੀ ਆ ਕੇ ਫਰਾਂਸ ਦੇ ਵਿੱਚੋਂ ਕੰਮ ਸ਼ੁਰੂ ਕੀਤਾ, ਲੇਕਿਨ ਅੱਜ ਅੱਲਾ ਨੇ ਆਪ ਨੂੰ ਇਹ ਮੁਕਾਮ ਦਿੱਤਾ ਕਿ ਜਨਾਬ ਆਪ ਵੱਡੇ ਪੋਲੀਟੀਸ਼ੀਅਨਸ, ਆਰਮੀ ਰੈਂਕ ਦੇ ਬੰਦੇ, ਇੱਥੋਂ ਦੇ ਜਿਹੜੇ ਕੌਂਸਲਰਸ ਨੇ, ਇਟਾਲੀਅਨ ਨੈਸ਼ਨਲ ਲਾਈਕ ਇੱਥੋਂ ਦੀ ਗੌਰਮੈਂਟ ਦੇ ਨਾਲ ਤਾਲੁਕ, ਮੁਖਤਲਿਫ ਮੁਲਕਾਂ ਦੇ ਵਿੱਚ ਜਾਣਾ, ਇਹ ਸਾਰਾ ਜਰਨੀ, ਇਹ ਸਾਰਾ ਸਫ਼ਰ ਤੁਸੀਂ ਕਿਵੇਂ ਤੈਅ ਕੀਤਾ? ਕਿਵੇਂ ਇੱਕ ਛੀਮੋ ਪਿੰਡ ਦੇ ਰਹਿਣ ਵਾਲਾ ਬੱਚਾ ਆਇਆ, ਬੰਦਾ ਆਇਆ ਤੇ ਹਰ ਪਾਸੇ ਅੱਲਾ ਨੇ ਇੱਜ਼ਤ ਦੇ ਦਿੱਤੀ? ਇਹ ਥੋੜ੍ਹਾ ਜਿਹਾ ਸਫ਼ਰ ਕਿਵੇਂ, ਸਾਰੇ ਤਾਲੁਕਾਤ ਤੁਸੀਂ ਕਿਵੇਂ, ਹਰ ਬੰਦੇ ਨੂੰ ਕਿਵੇਂ ਖੁਸ਼ ਕਰ ਲੈਂਦੇ ਹੋ? ਹਰ ਬੰਦਾ ਤੁਹਾਡੇ ਨਾਲ ਕਿਉਂ ਪਿਆਰ ਕਰਦਾ, ਇਹ ਦੱਸੋ ਜੀ। ਸਭ ਤੋਂ ਪਹਿਲਾਂ ਮੈਂ ਫਿਰ ਉਸੇ ਗੱਲ 'ਤੇ ਜਾਵਾਂਗਾ ਕਿ ਜਦੋਂ ਤੁਹਾਡੇ ਨਾਲ ਤੁਹਾਡੇ ਮਾਂ ਪਿਓ ਦੀਆਂ ਦੁਆਵਾਂ ਹੁੰਦੀਆਂ ਅੱਲਾ ਤਾਲਾ ਤੁਹਾਨੂੰ ਇੱਜ਼ਤਾਂ ਦੇ ਦਿੰਦਾ। ਉਸ ਤੋਂ ਬਾਅਦ ਜੀ ਮੈਂ ਕੋਸ਼ਿਸ਼ ਕੀਤੀ ਆਪਣੀ ਜ਼ਿੰਦਗੀ ਵਿੱਚ ਕਿ ਕਿਸੇ ਬੰਦੇ ਨਾਲ, ਵੇਖੋ ਜੀ ਸਾਡੀ ਕਮਿਊਨਿਟੀ ਜਿਹੜੀ ਹੈ ਜਾਂ ਅਸੀਂ ਜਿਹੜੇ ਆਪ ਐਜ਼ ਏ ਮੁਸਲਮਾਨ, ਐਜ਼ ਏ ਪਾਕਿਸਤਾਨੀ, ਅਸੀਂ ਕੁਝ ਚੀਜ਼ਾਂ ਜਿਹੜੀਆਂ ਨਾ ਉਹ ਆਪਣੇ ਵੱਡੇ ਪੈਗੰਬਰਾਂ ਨਾਲ ਵੀ ਨਹੀਂ ਰਹਿੰਦੇ, ਲੇਕਿਨ ਕੋਸ਼ਿਸ਼ ਇਹ ਕੀਤੀ ਹੈ ਕਿ ਕਿਸੇ ਬੰਦੇ ਨਾਲ ਅਲਹਮਦੁਲਿਲਾ ਅੱਜ ਤੱਕ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਕਿ ਮਾੜਾ ਕਰੀਏ, ਜਾਂ ਕਿਸੇ ਬੰਦੇ ਨਾਲ ਮੈਂ ਅੱਜ ਤੱਕ ਅਜ਼ੀਅਤ ਨਹੀਂ ਦਿੱਤੀ, ਕੋਈ ਇਹਦੀ ਭੇੜ ਲੜਾਈ ਦੁਨੀਆ ਦਾ ਕੋਈ ਇਹਦਾ ਅਲਹਮਦੁਲਿਲਾ ਸਾਡੇ ਵਿੱਚ ਨਹੀਂ। ਉਸ ਤੋਂ ਬਾਅਦ ਜੀ ਜਦੋਂ ਤੁਸੀਂ ਕਿਸੇ ਚੀਜ਼ ਵਿੱਚ ਵੀ ਹੁੰਦੇ ਹੋ, ਤੁਸੀਂ ਸੋਸ਼ਲ ਹੁੰਦੇ ਹੋ, ਤੁਹਾਡਾ ਇਖਲਾਕ ਹੁੰਦਾ ਹੈ, ਦੁਨੀਆ ਤੇ ਇਖਲਾਕ ਹੀ ਲੈ ਜਾਣਾ ਔਰ ਇਖਲਾਕ ਹੀ ਚੀਜ਼ ਹੈ। ਇਸ ਇਖਲਾਕ ਨਾਲ ਅਲਹਮਦੁਲਿਲਾ ਮੇਰੇ ਮਾਸ਼ਾਅੱਲਾ ਬਹੁਤ ਇਹ ਪਰਾਤੋ ਸ਼ਹਿਰ 'ਚੋਂ ਬਹੁਤ ਅੱਛੇ ਦੋਸਤ ਨੇ, ਬਹੁਤ ਅੱਛੇ ਨਾਮੀ ਨੇਟ ਬੰਦੇ ਜਿਹੜੇ ਨੇ ਉਹਨਾਂ ਨਾਲ ਸਲਾਮ ਦੁਆ ਹੈ। ਉਸ ਤੋਂ ਬਾਅਦ ਜੀ ਸਾਡੇ ਕੋਈ ਬੱਚੇ ਉਹਨਾਂ ਮੈਨੇ ਸੋਸ਼ਲ ਮੀਡੀਆ 'ਤੇ ਥੋੜ੍ਹਾ ਜਿਹਾ ਵਾਇਰਲ ਕੀਤਾ। ਜਦੋਂ ਤੁਸੀਂ ਦੁਨੀਆ ਅੱਜ ਕੱਲ੍ਹ ਇੰਝ ਦੀ ਚੱਲ ਰਹੀ ਹੈ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ 'ਚ ਆ ਜਾਂਦੇ ਹੋ ਤਲਕ ਤੁਹਾਡੇ ਖੁਦ ਬਣ ਜਾਂਦਾ। ਇਹ ਤਲਕ ਮੈਂ ਕੋਈ ਨਾ ਰਿਸ਼ਵਤ ਦੇ ਕੇ ਬਣਾਇਆ, ਨਾ ਕੋਈ ਇੱਕ ਵੱਖਰਾ ਕੰਮ ਕਰਕੇ ਬਣਾਇਆ, ਮੇਰਾ ਬਸ ਜੀ ਆਪਣੀ ਇਖਲਾਕ ਔਰ ਸੋਸ਼ਲ ਮੀਡੀਆ ਦੇ ਵਿੱਚ। ਜ਼ਿੰਦਾਬਾਦ, ਬਹੁਤ ਅੱਛੇ। ਔਰ ਜਿਹੜੀ ਤੁਸੀਂ ਬਾਰ-ਬਾਰ ਮਾਂ ਪਿਓ ਦੇ ਪਿਆਰ ਦੀ ਗੱਲ ਕਰ ਰਹੇ ਹੋ ਨਾ, ਮੈਨੂੰ ਨਿਆਜ਼ੀ ਸਾਹਿਬ ਦਾ ਸ਼ੇਰ ਯਾਦ ਆ ਰਿਹਾ ਕਿ ਪਿਆਰ ਕਰਤਾ ਹੈ ਨਿਆਜ਼ੀ ਇਹ ਜ਼ਮਾਨਾ ਮੁਝਸੇ, ਇਹ ਮੇਰੀ ਮਾਂ ਕੀ ਦੁਆਓਂ ਕਾ ਅਸਰ ਲੱਗਤਾ ਹੈ। ਅੱਛਾ ਮੁਦੱਸਰ ਇਕਬਾਲ ਗੋਂਦਲ ਸਾਹਿਬ, ਇਹ ਦੱਸੋ ਕਿ ਤੁਹਾਡੇ ਸ਼ੌਕ ਕੀ ਨੇ, ਕੀ ਹੌਬੀਜ਼ ਨੇ ਤੁਹਾਡੀਆਂ, ਕੀ ਕਰਦੇ ਹੋ? ਜੀ ਮੈਂ ਆਪਣਾ ਜੀ ਜਦੋਂ ਬਚਪਨ ਤੋਂ ਤੇ ਜੀ ਕ੍ਰਿਕਟ ਦਾ ਬੜਾ ਸ਼ੌਕ ਹੈ। ਠੀਕ ਹੈ, ਮਾਸ਼ਾਅੱਲਾ ਬੜੇ ਸਾਲ ਕ੍ਰਿਕਟ ਖੇਡੀ ਵੀ ਹੈ, ਇਹ ਪ੍ਰਦੇਸ਼ 'ਚ ਆ ਕੇ ਵੀ ਖੇਡੀ ਹੈ। ਤੇ ਉਂਝ ਮੈਂ ਜੀ ਸਾਡੇ ਅੱਲਾਹ ਤਾਲਾ ਜੰਨਤ ਨਸੀਬ ਕਰੇ ਬਜ਼ੁਰਗ ਸਾਡੇ ਫੌਤ ਹੋ ਗਏ ਜੀ, ਵਾਲਦਾ ਸਾਡੀ ਹਯਾਤ ਨਾਲ, ਤੇ ਸਾਡੇ ਬਜ਼ੁਰਗਾਂ ਨੂੰ ਮੱਝਾਂ ਦਾ ਬੜਾ ਸ਼ੌਕ ਹੈ। ਅਸੀਂ ਜ਼ਿਮੀਂਦਾਰ ਫੈਮਿਲੀ ਨਾਲ ਮਤਲਬ ਸਾਡਾ ਤਲਕ ਹੈ, ਤੇ ਮੈਨੂੰ ਵੀ ਜੀ ਮੱਝਾਂ ਦਾ ਮਾਸ਼ਾਅੱਲਾ ਬੜਾ ਸ਼ੌਕ ਹੈ। ਅਲਹਮਦੁਲਿਲਾ ਸਾਡੇ ਕੋਲ ਜੀ ਇਸ ਟਾਈਮ ਵੀ ਛੋਟੇ ਮੋਟੇ ਕਮ ਸੇ ਕਮ 100 ਮੱਝਾਂ
ਹੋਣੀਆਂ। ਮਾਸ਼ਾਅੱਲਾ। ਤੇ ਉਸ ਤੋਂ ਬਾਅਦ ਜੀ ਸਾਡੇ ਇੱਕ ਭਾਈ ਨੇ ਜ਼ਫਰ ਇਕਬਾਲ ਮੱਬਾ ਸਾਹਿਬ, ਉਹਨਾਂ ਦਾ ਨਾਂ ਹੈ ਜੀ, ਅਲਹਮਦੁਲਿਲਾ ਬੜੇ ਮਸ਼ਹੂਰ ਸ਼ਖਸੀਅਤ ਨੇ। ਅੱਛਾ ਉਹਨਾਂ ਨੂੰ ਘੋੜਿਆਂ ਦਾ ਸ਼ੌਕ ਹੈ। ਅੱਛਾ। ਤੇ ਜਦੋਂ ਫੈਮਿਲੀ 'ਚ ਕੋਈ ਚੀਜ਼ ਵੀ ਹੋਵੇ, ਸਾਂਝੀ ਘੋੜਿਆਂ ਦਾ ਬੜਾ ਸ਼ੌਕ ਹੈ। ਅਲਹਮਦੁਲਿਲਾ ਜੀ 16-17 ਘੋੜੇ ਅਸਾਂ ਰੱਖਿਆ। ਜ਼ਿੰਦਾਬਾਦ। ਪੂਰੇ ਪਾਕਿਸਤਾਨ 'ਚ ਅਸੀਂ ਨੇਜ਼ਾਬਾਜ਼ੀ ਕਰਦੇ ਹਾਂ, ਸਾਡਾ ਆਪਣਾ ਕਲੱਬ ਹੈ, ਬੜਾ ਮਸ਼ਹੂਰ ਕਲੱਬ ਹੈ। ਹੂੰ। ਉਸ ਤੋਂ ਬਾਅਦ ਜੀ ਮੈਨੂੰ ਕਬੂਤਰਾਂ ਦਾ ਸ਼ੌਕ ਹੈ, ਅਸਾਂ ਮਾਸ਼ਾਅੱਲਾ ਕਬੂਤਰ ਵੀ ਬੜੇ ਰੱਖੇ ਹਨ। ਅੱਛਾ। ਤੇ ਜਾਨਵਰ ਤੇ ਤਕਰੀਬਨ ਹਰ ਕਿਸਮ ਦੇ ਅਸਾਂ ਘਰ 'ਚ ਰੱਖੇ ਹਨ, ਸਾਨੂੰ ਬੜਾ ਸ਼ੌਕ ਹੈ। ਠੀਕ ਹੋ ਗਿਆ। ਤੇ ਉਸ ਤੋਂ ਹਟ ਕੇ ਜੀ ਮੈਨੂੰ ਵਾਲੀਬਾਲ ਦਾ ਜਨੂਨ ਦਾ ਸ਼ੌਕ ਹੈ। ਅੱਛਾ। ਔਰ ਮੈਂ ਮੇਰੇ ਖਿਆਲ 'ਚ ਪੂਰੀ ਦੁਨੀਆ ਤੇ ਆਖ ਲਓ ਤੇ ਸਊਦੀਆ, ਦੁਬਈ, ਫਰਾਂਸ, ਜਰਮਨ, ਇਟਲੀ, ਪਾਕਿਸਤਾਨ, ਦੁਨੀਆ ਦਾ ਪਾਕਿਸਤਾਨ 'ਚ ਐਸਾ ਕੋਈ ਸ਼ਹਿਰ ਜਾਂ ਐਸਾ ਕੋਈ ਜ਼ਿਲ੍ਹਾ ਨਹੀਂ ਜਿੱਥੇ ਜਾ ਕੇ ਮੈਂ ਵਾਲੀਬਾਲ ਨਹੀਂ ਵੇਖਿਆ ਔਰ ਵਾਲੀਬਾਲ ਨੂੰ ਸਪੋਰਟ ਨਹੀਂ ਕੀਤੀ। ਵਾਲੀਬਾਲ ਮੇਰਾ ਬੜਾ ਸ਼ੌਕ ਹੈ ਜੀ। ਅੱਛਾ ਮੁਦੱਸਰ ਇਕਬਾਲ ਗੋਂਦਲ ਸਾਹਿਬ, ਛੀਮੋ ਪਿੰਡ ਤੋਂ ਉੱਠਣ ਵਾਲਾ ਇੱਕ ਬੰਦਾ ਯੂਰਪ ਆਉਂਦਾ ਹੈ। ਯੂਰਪ ਔਰ ਇਨਕਲੂਡਿੰਗ ਸਾਰੇ ਕਿੰਨੇ ਮੁਲਕਾਂ ਦੇ ਵਿੱਚ ਹੁਣ ਤੱਕ ਤੁਸੀਂ ਜਾ ਚੁੱਕੇ ਹੋ? ਜੀ ਇਹ ਹੁਣ ਥੋੜਾ ਜਿਹਾ ਔਖਾ ਜਿਹਾ ਸਵਾਲ ਹੈ। ਰਫਲੀ ਦੱਸ ਦਿਓ ਕਿੰਨੇ ਕੁ ਮੁਲਕਾਂ ਵਿੱਚ ਆਏ? ਗਿਣਨ ਤੇ ਫਿਰ ਹੁੰਦਾ ਨਹੀਂ। ਤੇ ਉਂਝ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਫਲਾਂ ਬੰਦੇ ਨੇ ਜੀ ਇਤਨੇ ਮੁਲਕਾਂ ਦਾ ਪਾਣੀ ਪੀਤਾ ਹੈ। ਅੱਛਾ। ਤੇ ਅਲਹਮਦੁਲਿਲਾ ਮੈंने ਇਹ ਵੀ ਮਤਲਬ ਇਹ ਇੱਜ਼ਤ ਅੱਲਾਹ ਤਾਲਾ ਬਖਸ਼ੀ ਹੈ ਕਿ ਸ਼ਾਇਦ ਅਮਰੀਕਾ ਤੋਂ ਕੈਨੇਡਾ ਤੋਂ ਬਿਨਾਂ ਤਕਰੀਬਨ ਸਾਰਿਆਂ ਮੁਲਕਾਂ 'ਚ ਹੀ, ਮੈਂ ਇੰਡੀਆ ਨਹੀਂ ਗਿਆ ਜਾਂ ਕੈਨੇਡਾ, ਅਮਰੀਕਾ, ਇਸਰਾਈਲ ਨਹੀਂ ਗਿਆ, ਬਾਕੀ ਸਾਰਿਆਂ ਮੁਲਕਾਂ 'ਚ ਜੀ। ਕੀ ਬਾਤ ਹੈ। ਅੱਛਾ ਇਹਦੇ ਨਾਲ ਹੀ ਮੈਂ ਐਡ ਕਰ ਦੇਣਾ ਛੋਟਾ ਜਿਹਾ, ਇਹਦਾ ਵੀ ਜਵਾਬ ਦੇ ਦਿਓ। ਪਾਕਿਸਤਾਨ ਤੁਹਾਡਾ ਜੰਮਪਲ ਮੁਲਕ, ਠੀਕ ਹੈ। ਇਟਲੀ ਵਿੱਚ ਤੁਸੀਂ ਸਾਰੀ ਜ਼ਿੰਦਗੀ ਗੁਜ਼ਾਰੀ, ਇਹਨਾਂ ਤੋਂ ਇਲਾਵਾ ਕਿਹੜਾ ਮੁਲਕ ਚੰਗਾ ਲੱਗਿਆ ਜੀ? ਜੀ ਵੇਖੋ ਜੀ ਆਪਣੀ ਆਪਣੀ ਜਗ੍ਹਾ ਤੇ ਸਾਰੇ ਮੁਲਕ ਹੀ ਚੰਗੇ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਜੀ ਅਲਹਮਦੁਲਿਲਾ ਸਾਡਾ ਆਪਣਾ ਦੇਸ਼ ਪਾਕਿਸਤਾਨ, ਉਹਦੇ ਨਾਲ ਨਾ ਕੋਈ ਹੜ ਸਕਦਾ ਤੇ ਨਾ ਹੀ ਕੋਈ ਉਹਦਾ ਮੁਕਾਬਲਾ ਹੈ। ਸਹੀ। ਔਰ ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ ਕਿ ਮੈਂ 2014 'ਚ ਨੈਸ਼ਨੈਲਿਟੀ ਅਪਲਾਈ ਕਰ ਸਕਦਾ ਸੀ ਔਰ ਅੱਜ ਤੱਕ ਨੈਸ਼ਨੈਲਿਟੀ ਅਪਲਾਈ ਨਹੀਂ ਕੀਤੀ। ਇਟਾਲੀਅਨ। ਸਿਰਫ ਆਪਣੇ ਮੁਲਕ ਨਾਲ ਪਿਆਰ ਹੈ। ਮੈਂ ਜਿਹੜਾ ਬੰਦਾ ਮੈਨੂੰ ਸਵਾਲ ਕਰਦਾ, ਮੇਰਾ ਇੱਕ ਹੀ ਸਵਾਲ ਹੁੰਦਾ ਹੈ, ਪਾਸਪੋਰਟ ਆਪਣੇ ਮੁਲਕ ਦਾ। ਤੇ ਮੈਂ ਆਪਣੇ ਮੁਲਕ ਨਾਲ ਇਤਨਾ ਪਿਆਰ ਕਰਦਾ। ਉਸ ਤੋਂ ਬਾਅਦ ਜੀ ਮੁਲਕ ਮਾਸ਼ਾਅੱਲਾ ਜੀ ਯੂਰਪ ਸਾਰੇ ਹੀ ਅੱਛੇ ਤੇ ਖਾਣਿਆਂ ਵਿੱਚ ਅਗਰ ਤੁਸੀਂ ਆਖੋ ਤਾਂ ਮੈਨੂੰ ਮਾਸ਼ਾਅੱਲਾ ਯੂਕੇ ਔਰ ਸਪੇਨ ਖਾਣੇ ਬਹੁਤ अच्छे लगे। और स्विट्ज़रलैंड में जी बहुत खूबसूरत है। बेल्जियम में पिछले दिन गया रहा, वो बहुत खूबसूरत है। मुल्क माशाल्लाह जी यूरोपां दे सारे ही अच्छे हैं। सऊदी अरब गए रहे हैं माशाल्लाह, बहुत अच्छा मुल्क है। और देखो जी साडा सारे इस्लामी मामलात भी मोहन सऊदी अरब ना उस तो भी ज़्यादा बंदा अच्छा हो जाए। सुभान अल्लाह, इस्लामी मामला। अच्छा मुदस्सर इकबाल गोंदल साहब ये दसो कि ਜਿਹੜੇ ਲੋਕ ਪਾਕਿਸਤਾਨ ਤੋਂ, ਇੰਡੀਆ ਤੋਂ, ਦੂਸਰੇ ਮੁਲਕਾਂ ਵਿੱਚੋਂ ਇੱਥੇ ਆਉਂਦੇ ਨੇ, ਉਹ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਨੇ? ਕੋਈ ਹੁਨਰ ਸਿੱਖ ਕੇ ਆਉਣ, ਕਿਸੇ ਤਰੀਕੇ ਆਉਣ, ਕਿਹੜਾ ਕੰਮ ਸਿੱਖਣ, ਕਿਹੜੀ ਉਹ ਪੜ੍ਹਾਈ ਕਰਕੇ ਆਉਣ, ਕੀ ਕਰਨ ਕਿ ਇੱਥੇ ਆ ਕੇ ਉਹ ਕਾਮਯਾਬ ਹੋ ਜਾਣ? ਜੀ ਮੈਂ ਇਹ ਜੀ ਬੜਾ ਅੱਛਾ ਸਵਾਲ ਤੁਸੀਂ ਕੀਤਾ। ਮੇਰਾ ਇਹ ਮੁੜ ਇੱਕ ਦਫਾ ਸਾਰੀ ਖਾਸ ਕਰਕੇ ਆਪਣੀ ਨੌਜਵਾਨ ਨਸਲ ਨੂੰ ਇਹ ਪੈਗਾਮ ਹੈ। ਸਭ ਤੋਂ ਪਹਿਲਾਂ ਜੀ ਹੁਨਰ, ਮੈਂ ਮੇਰੀ ਮਿਸਾਲ ਲੈ ਲਓ, ਮੈਂ ਦੁਨੀਆ ਦਾ ਕੋਈ ਹੁਨਰ ਨਹੀਂ ਜਾਣਦਾ ਔਰ ਇਤਨਾ ਕੋਈ ਪੜ੍ਹਿਆ ਲਿਖਿਆ ਨਹੀਂ, ਮੈਂ ਕੋਈ ਐਮਏ ਕੀਤਾ ਹੈ ਜਾਂ ਬੀਏ ਕੀਤਾ ਹੈ ਜਾਂ ਐਫਏ ਕੀਤਾ ਹੈ, ਅੰਡਰ ਮੈਟ੍ਰਿਕ ਕਰ ਲਓ। ਕਾਮਯਾਬ ਹੋਣੇ ਵਾਸਤੇ ਸਭ ਤੋਂ ਪਹਿਲੀ ਚੀਜ਼ ਹੈ ਕਿ ਤੁਹਾਨੂੰ ਇਖਲਾਕ, ਨੀਅਤ ਔਰ ਸੱਚੀ ਗੱਲ, ਮਿਹਨਤ। ਜਿਸ ਬੰਦੇ ਤਿੰਨ ਚੀਜ਼ਾਂ ਕਰ ਲਈਆਂ ਉਹ ਕਾਮਯਾਬ ਹੈ। ਉਸ ਤੋਂ ਬਾਅਦ ਤੁਸੀਂ ਮਿਹਨਤ ਕਰੋ, ਕਦੀ ਵੀ ਅੱਲਾਹ ਤਾਲਾ ਮਿਹਨਤ ਵਾਲੇ ਦਾ ਇਹ ਨਹੀਂ ਹੋ ਸਕਦਾ ਕਿ ਹੱਥ ਨਾ ਪਕੜੇ। ਮਿਹਨਤ ਨਾਲ ਤੁਸੀਂ ਉੱਤੇ ਜਾਓਗੇ, ਉਹ ਸਭ ਤੋਂ ਬਿਹਤਰੀਨ ਸ਼ੋਭਾ ਹੈ। ਅੱਛਾ ਉਹਦੇ ਨਾਲ ਗੋਂਦਲ ਸਾਹਿਬ ਐਡ ਕਰ ਦਿਓ ਕਿ ਤੁਸੀਂ ਇਸ ਮੁਲਕ ਵਿੱਚ ਸਾਰੀ ਜ਼ਿੰਦਗੀ, ਕੋਈ ਬੰਦਾ ਇਟਲੀ ਆ ਰਿਹਾ ਜੀ, ਤਿੰਨ ਕੰਮ ਦੱਸ ਦਿਓ ਜਿਹੜਾ ਬੰਦਾ ਸਿੱਖ ਕੇ ਆਏ ਤੇ ਇੱਥੇ ਆ ਕੇ ਉਹਦੀ ਜ਼ਿੰਦਗੀ ਕਮਾਲ ਹੋ ਜਾਏ। ਕੋਈ ਤਿੰਨ ਐਸੇ ਹੁਨਰ ਦੱਸੋ ਜਾਂ ਕੋਈ ਕੀ ਕਹਿਣਾ ਚਾਹੁੰਦੇ ਜੀ? ਇੱਥੇ ਵੇਖੋ ਜੀ ਕੰਮ ਜਿਹੜਾ ਉਹ ਤੇ ਇਲੈਕਟ੍ਰੀਸ਼ੀਅਨ ਦਾ ਬਹੁਤ ਅੱਛਾ ਕੰਮ ਹੈ। ਇਲੈਕਟ੍ਰੀਸ਼ੀਅਨ ਨੰਬਰ 1, ਇਲੈਕਟ੍ਰੀਸ਼ੀਅਨ ਬਹੁਤ ਅੱਛਾ ਕੰਮ ਹੈ। ਉਸ ਤੋਂ ਬਾਅਦ ਜੀ ਜਿਹੜਾ ਹੈ ਨਾ ਆਪਣਾ ਪਾਕਿਸਤਾਨ ਮਿਸਤਰੀ ਜਿੰਨਾ ਦਿਨ ਅਸੀਂ ਉਹ ਕੰਮ ਕਰਦੇ ਹਾਂ, ਰਾਜ ਮਿਸਤਰੀ ਦਾ ਕੰਮ, ਕੰਸਟਰਕਸ਼ਨ ਜਿਹੜਾ ਮਿਸਤਰੀਆਂ ਵਾਲਾ ਕੰਮ ਬੰਦਾ ਜਾਣਦਾ ਹੈ ਉਹ। ਉਸ ਤੋਂ ਬਾਅਦ ਜਿਹੜਾ ਇਹ ਤਲੀਮ ਮਤਲਬ ਤੁਸੀਂ ਕਰ ਲਓ, ਡਰਾਈਵਿੰਗ ਜਾਣਦਾ ਹੋਵੇ, ਤਲੀਮ ਅੱਛੀ ਹੋਵੇ ਤੇ ਕੋਈ ਨਾ ਕੋਈ ਕੰਮ ਜਿਹੜਾ ਜ਼ਰੂਰ ਮਿਲ ਜਾਂਦਾ ਹੈ। ਮਿਲ ਗਏ ਮਤਲਬ ਕਿ ਤੁਸੀਂ ਅਗਰ ਐਜੂਕੇਸ਼ਨ ਹਾਸਲ ਕਰ ਲੈਂਦੇ ਹੋ, ਇਟਾਲੀਅਨ ਜ਼ਬਾਨ ਵਿੱਚ ਆ ਕੇ ਡਰਾਈਵਿੰਗ ਲਾਇਸੈਂਸ ਲੈ ਲਓ ਤੇ ਤੁਹਾਨੂੰ ਅੱਛੀ ਜੋਬ ਮਿਲ ਜਾਂਦੀ। ਅੱਛਾ ਬੜਾ ਇੰਪੋਰਟੈਂਟ ਸਵਾਲ ਹੈ ਮੁਦੱਸਰ ਇਕਬਾਲ ਗੋਂਦਲ ਸਾਹਿਬ, ਇਹ ਦੱਸੋ ਕਿ ਕੁਝ ਲੋਕ ਇੱਥੇ ਕਾਨੂੰਨੀ ਤਰੀਕੇ ਆਉਂਦੇ ਇਟਲੀ ਜਾਂ ਯੂਰਪ, ਕੁਝ ਗੈਰ ਕਾਨੂੰਨੀ ਤਰੀਕੇ ਆਉਂਦੇ ਨੇ ਜਿਹਨੂੰ ਡੰਕੀ ਕਿਹਾ ਜਾਂਦਾ ਹੈ। ਮਤਲਬ ਡੰਕੀ ਨੂੰ ਅਸੀਂ ਕਦੀ ਵੀ ਪ੍ਰਮੋਟ ਨਹੀਂ ਕਰ ਸਕਦੇ, ਲੋਕ ਆਪਣੀਆਂ ਮਜਬੂਰੀਆਂ ਦੀ ਵਜ੍ਹਾ ਤੋਂ ਆਉਂਦੇ ਨੇ, ਲੇਕਿਨ ਉਹਨਾਂ ਦੀ ਜ਼ਿੰਦਗੀ ਸਮਝੋ ਕਿ ਉਹ ਆਪਣੀ ਮੌਤ ਨੂੰ ਮੱਥਾ ਲਾ ਕੇ ਆਉਂਦੇ ਨੇ ਇੱਥੋਂ ਤੱਕ। ਇਹ ਦੱਸੋ ਕਿ ਇੱਥੇ ਬੰਦਾ ਕਿਸ ਤਰੀਕੇ ਆ ਸਕਦਾ ਹੈ, ਉਹ ਜੇ ਆਉਣਾ ਚਾਹੇ ਤੇ ਰਾਈਟ ਤਰੀਕਾ ਕੀ ਹੈ? ਤੁਹਾਡੇ ਤੋਂ ਚੰਗਾ ਕੋਈ ਨਹੀਂ ਜਵਾਬ ਦੇ ਸਕਦਾ ਜੀ। ਮੈਂ ਤੁਹਾਨੂੰ ਅੱਗੇ ਜਿਵੇਂ ਪਹਿਲਾਂ ਦੱਸਿਆ, ਜਦੋਂ ਅਸੀਂ ਆਇਆ ਸੀ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ ਆਇਆ ਸੀ, ਲੇਕਿਨ ਇਹ ਕਿ ਬਹੁਤ ਗਲਤ ਕੰਮ ਹੈ। ਔਰ ਮੇਰਾ ਇਹ ਪੂਰੇ ਪਾਕਿਸਤਾਨੀ ਆਪਣੇ ਭੈਣ ਭਾਵੀਆਂ ਵਾਸਤੇ ਪੈਗਾਮ ਹੈ ਕਿ ਤੁਸੀਂ
ਬਹੁਤ ਸਾਰੇ ਐਸੇ ਤਰੀਕੇ ਨੇ ਕਿ ਜਿਹਦੇ ਨਾਲ ਬੰਦਾ ਲੀਗਲ ਆ ਸਕਦਾ ਹੈ। ਸਭ ਤੋਂ ਪਹਿਲਾਂ ਤੇ ਲੀਗਲ ਤਰੀਕਾ ਇਸਤੇਮਾਲ ਕਰਨਾ ਚਾਹੀਦਾ। ਵੇਖੋ ਜੀ ਸਾਡੇ ਕਿਤਨਿਆਂ ਬੰਦਿਆਂ ਸ਼ੋਧਿਆਂ ਦੀਆਂ ਜਾਨਾਂ ਚਲੀਆਂ ਗਈਆਂ। ਉਸ ਤੋਂ ਬਾਅਦ ਡੰਕੀ ਲਾਣਾ ਗੈਰ ਕਾਨੂੰਨੀ ਕੰਮ ਹੈ, ਨਹੀਂ ਲੈਣੀ ਚਾਹੀਦੀ। ਔਰ ਉਸ ਤੋਂ ਬਾਅਦ ਜੀ ਅਲਹਮਦੁਲਿਲਾ ਮੈਂ ਇਹ ਵੀ ਪੈਗਾਮ ਤੁਹਾਡੇ ਅੱਜ ਬੜੀ ਅੱਛੀ ਗੱਲ ਤੁਸੀਂ ਮਿਲੇ ਹੋ। ਮੇਰੀ ਪਿਛਲੇ ਇੱਕ ਹਫ਼ਤੇ ਤੋਂ ਮੈਂ ਸਪੇਨ ਤੇ ਬੈਲਜੀਅਮ ਆਈ। ਸਾਡੇ OPF ਦੇ ਜਿਹੜੇ ਓਵਰਸੀਜ਼ ਦੇ ਚੇਅਰਮੈਨ ਨੇ ਰਜ਼ਾ ਕਮਰ ਸ਼ਾਹ ਸਾਹਿਬ, ਉਹਨਾਂ ਨਾਲ ਮੁਲਾਕਾਤ ਹੋਈ ਹੈ ਮਾਸ਼ਾਅੱਲਾ। ਕੱਲ੍ਹ ਮੇਰੀ ਆਰਮੀ ਚੀਫ ਨਾਲ ਮੁਲਾਕਾਤ ਹੋਈ ਹੈ। ਸਾਡੀ ਗਵਰਨਮੈਂਟ ਵੀ ਸਾਡੇ ਵਾਸਤੇ ਜ਼ਿੰਦਗੀ 'ਚ ਪਹਿਲੀ ਵਾਰੀ ਓਵਰਸੀਜ਼ ਵਾਸਤੇ ਜਿਹੜੇ ਚੇਅਰਮੈਨ ਲਾਏ ਉਹਨਾਂ ਦਾ, ਔਰ ਸਾਡੀਆਂ ਜਿਤਨੀਆਂ ਅੰਬੈਸੀਆਂ 2-4 ਅੰਬੈਸੀ, ਸਪੇਨ ਅੰਬੈਸੀ, ਬੈਲਜੀਅਮ ਅੰਬੈਸੀ ਨਾਲ ਮੇਰੀ ਮੁਲਾਕਾਤ ਹੋਈ ਹੈ। ਕੋਈ ਇਸ ਤਰੀਕਾ ਉਹ ਬਣਾ ਰਹੇ ਹਨ ਚੇਅਰਮੈਨ ਸਾਹਿਬ ਸਾਡੇ ਨਾਲ, ਮਤਲਬ ਬੜੀ ਸਾਨੂੰ ਯਕੀਨ ਦਹਾਨੀ ਕਰਾਈ ਹੈ ਕਿ ਸਾਰਿਆਂ ਮੁਲਕਾਂ ਦੀਆਂ ਅੰਬੈਸੀਆਂ ਨਾਲ ਉਹ ਕੰਟੈਕਟ ਕਰ ਰਹੇ ਹਨ। ਕੁਝ ਚੀਜ਼ਾਂ ਉਹ ਸਾਈਨ ਕਰ ਰਹੇ ਹਨ ਕਿ ਜਿਹੜਾ ਓਰੀਜਨਲ ਤਰੀਕੇ ਨਾਲ ਬੰਦੇ ਡਿਮਾਂਡ ਪੂਰੀ ਹੋਵੇ। ਮਤਲਬ ਸਪੇਨ 'ਚ 20,000 ਹੋ ਜਾਏ, ਇਟਲੀ 'ਚ 20,000 ਹੋ ਜਾਏ। ਗਵਰਨਮੈਂਟ ਵੀ ਕੋਸ਼ਿਸ਼ ਕਰ ਰਹੀ ਹੈ ਔਰ ਸਾਡੇ ਬੰਦਿਆਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲੀਗਲ ਤਰੀਕੇ ਨਾਲ ਹੋਣਾ ਚਾਹੀਦਾ ਹੈ ਔਰ ਲੀਗਲ ਤਰੀਕਾ ਹੀ ਹੋਣਾ ਚਾਹੀਦਾ। ਬਿਹਤਰੀਨ। ਗੋਂਦਲ ਸਾਹਿਬ, ਤੁਸੀਂ ਸਾਰੇ ਮੁਲਕਾਂ ਦੇ ਯੂਰਪ ਦੇ ਵਿੱਚ ਮੁਲਕਾਂ ਵਿੱਚ ਜਾਂਦੇ ਹੋ। ਅਗਰ ਪਾਕਿਸਤਾਨ ਇੰਡੀਆ ਤੋਂ ਕੋਈ ਬੰਦਾ ਬੈਠ ਕੇ ਪਲਾਨ ਕਰ ਰਿਹਾ ਮੈਂ ਯੂਰਪ ਜਾਵਾਂ, ਉਹਨੂੰ ਕਿਹੜੇ ਮੁਲਕ ਆਉਣਾ ਚਾਹੀਦਾ ਹੈ? ਕਿਹੜਾ ਮੁਲਕ ਬਿਹਤਰੀਨ ਹੈ ਕਿ ਉੱਥੇ ਆ ਜਾਏ, ਉਹਨੂੰ ਪੇਪਰ ਜਲਦੀ ਲੱਭ ਜਾਣ? ਜਿਸ ਤਰ੍ਹਾਂ ਵੀ ਉਹ ਬੰਦਾ ਪਹੁੰਚ ਜਾਏ, ਕਿਸੇ ਮੁਲਕ ਦੇ ਵਿੱਚ ਪਹੁੰਚਦਾ ਹੈ, ਕਾਨੂੰਨੀ ਤਰੀਕੇ ਗੈਰ ਕਾਨੂੰਨੀ ਤਰੀਕੇ ਕਿਸੇ ਵੀ ਤਰੀਕੇ ਆ ਜਾਏ, ਉਹ ਨੈਸ਼ਨਲ ਹੋ ਜਾਏ, ਉਹਨੂੰ ਪੇਪਰ ਲੱਭ ਜਾਣ, ਕਿਹੜਾ ਮੁਲਕ ਤੁਸੀਂ ਰਿਕਮੈਂਡ ਕਰਦੇ ਹੋ? ਜੀ ਮੇਰੇ ਖਿਆਲ 'ਚ ਵੇਖੋ ਜੀ, ਜਿਹੜਾ ਬੰਦਾ ਲੀਗਲ ਤਰੀਕੇ ਨਾਲ ਹੁੰਦਾ ਹੈ, ਕੁਝ ਤਰੀਕੇ ਤੇ ਬੰਦਿਆਂ ਨੂੰ ਪੱਕੇ ਵੀਜ਼ੇ ਮਿਲ ਜਾਂਦੇ ਨੇ। ਸਹੀ। ਉਸ ਤੋਂ ਬਾਅਦ ਉਹ ਇਟਲੀ 'ਚ ਹੀ ਹੈ। ਮੈਂ ਤਾਂ ਇਟਲੀ ਦਾ ਆਖ ਸਕਦਾ ਕਿ ਇਟਲੀ 'ਚ ਕੁਝ ਐਨ ਤਰੀਕੇ ਐਸੇ ਹਨ ਕਿ ਜਿਹੜਾ ਓਰੀਜਨਲ ਤਰੀਕੇ ਨਾਲ ਪੇਪਰ ਜਾਂਦੇ ਨੇ, ਉਹ ਵੀਜ਼ਾ ਲੈ ਕੇ ਬੰਦਾ ਇੱਥੇ ਆ ਜਾਂਦਾ, ਪੇਪਰ ਬਣ ਜਾਂਦੇ ਨੇ। ਉਸ ਤੋਂ ਬਾਅਦ ਮੇਰੇ ਖਿਆਲ 'ਚ ਯੂਰਪਾਂ 'ਚ ਵੀ ਇਟਲੀ ਐਸਾ ਮੁਲਕ ਹੈ ਕਿ ਜਿਸ ਅੱਜ ਤੱਕ ਸਭ ਤੋਂ ਜ਼ਿਆਦਾ ਐਮੀਗ੍ਰੇਸ਼ਨ ਦਿੱਤੀ ਹੈ। ਠੀਕ ਹੋ ਗਿਆ। ਨਾ ਫਰਾਂਸ ਐਮੀਗ੍ਰੇਸ਼ਨ ਦਿੰਦਾ ਹੈ, ਨਾ ਜਰਮਨ ਦਿੰਦਾ ਹੈ, ਨਾ ਹਾਲੈਂਡ ਦਿੰਦਾ ਹੈ। ਮਤਲਬ ਬਾਕੀ ਸਾਰੇ ਮੁਲਕ ਜਿਹੜੇ ਨੋ ਐਮੀਗ੍ਰੇਸ਼ਨ ਨਹੀਂ ਦਿੰਦੇ। ਸਪੇਨ ਇੱਕ ਐਸਾ ਮੁਲਕ ਹੈ ਕਿ ਜਿੱਥੇ ਤੁਹਾਨੂੰ 2 ਸਾਲ ਲੀਗਲ ਤੁਸੀਂ ਰਹੋ, ਤੁਹਾਨੂੰ ਪੇਪਰ ਮਿਲ ਜਾਂਦੇ। ਜਾਂ ਇਟਲੀ 2-4-5 ਸਾਲ ਬਾਅਦ ਐਮੀਗ੍ਰੇਸ਼ਨ ਖੋਲ੍ਹਦਾ ਰਹਿੰਦਾ ਹੈ। ਔਰ ਮੇਰੇ ਖਿਆਲ 'ਚ ਸਭ ਤੋਂ ਬੈਸਟ ਤਰੀਕਾ ਸਪੇਨ ਹੀ ਹੈ ਕਿ ਤੁਸੀਂ ਉੱਥੇ ਆਓ, ਉੱਥੇ ਇੱਕ ਪਾਦਰੋਮੈਂਟ ਜੀ ਜਿਹੜਾ ਨਾ ਦਿਨ ਕਰਾਣੀ ਹੁੰਦੀ ਹੈ ਕਿ ਤੁਸੀਂ ਆਪਣਾ ਨਾਂ ਲੀਗਲ ਕਰਵਾ ਦੇਣਾ ਔਰ 2 ਸਾਲ ਬਾਅਦ ਤੁਹਾਨੂੰ ਪੇਪਰ ਮਿਲ ਜਾਂਦੇ। ਉਸ ਵਾਸਤੇ ਮੇਰੇ ਖਿਆਲ 'ਚ ਸਭ ਤੋਂ ਬੈਸਟ ਤੇ ਸਪੇਨ ਹੀ ਹੈ ਕਿ ਤੁਸੀਂ ਸਪੇਨ ਆਓ, ਉੱਥੇ 2 ਸਾਲ ਆਪਣਾ ਗੁਜ਼ਾਰੋ ਜਾਂ ਕੋਈ ਇਹਦਾ ਲੀਗਲ ਤਰੀਕਾ ਕਰ ਲਓ, 2 ਸਾਲ ਬਾਅਦ ਤੁਹਾਨੂੰ ਪੇਪਰ ਮਿਲ ਜਾਣ। ਠੀਕ ਹੋ ਗਿਆ। ਮੁਦੱਸਰ ਇਕਬਾਲ ਗੋਂਦਲ ਸਾਹਿਬ, ਆਖਰੀ ਸਵਾਲ। ਯੰਗਸਟਰ ਤੁਹਾਨੂੰ ਦੇਖ ਰਹੇ ਨੇ, ਬੇਸ਼ੁਮਾਰ ਲੋਕ ਇਟਲੀ ਆਉਣਾ ਚਾਹਣਗੇ, ਯੂਰਪ ਦੇ ਮੁਲਕਾਂ ਵਿੱਚ ਆਉਣਾ ਚਾਹਣਗੇ, ਆਖਰੀ ਮੁਖਤਸਰ ਪੈਗਾਮ ਉਹਨਾਂ ਨੂੰ ਕੀ ਦੇਣਾ ਚਾਹੁੰਦੇ ਹੋ ਤੁਸੀਂ? ਜੀ ਮੇਰੀ ਆਪਣੀ ਨੌਜਵਾਨ ਨਸਲ ਨੂੰ ਇੱਕ ਦਫਾ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਪੈਗਾਮ ਹੈ ਉਹ ਤੇ ਕਿ ਤੁਸੀਂ ਦੁਨੀਆ ਦੇ ਕਿਸੇ ਜਗ੍ਹਾ 'ਤੇ ਵੀ ਹੋ ਗਲਤ ਕੰਮ ਨਹੀਂ ਕਰਨਾ। ਗਲਤ ਕੰਮ ਤੁਹਾਡੀ ਫੈਮਿਲੀ ਨੂੰ ਪ੍ਰੋਬਲਮ ਕਰਦਾ ਹੈ, ਤੁਹਾਡੀ ਆਪਣੇ ਆਪ ਨੂੰ ਪ੍ਰੋਬਲਮ ਕਰਦਾ ਹੈ। ਉਸ ਤੋਂ ਬਾਅਦ ਜੇ ਅਗਰ ਤੁਸੀਂ ਤਲੀਮ ਹਾਸਲ ਕਰਦੇ ਹੋ, ਪਾਕਿਸਤਾਨ 'ਚ ਬੜੀਆਂ ਜਾਬਾਂ ਅੱਛੀਆਂ ਜਾਬਾਂ, ਅਗਰ ਤੁਸੀਂ ਯੂਰਪ ਆਉਣਾ ਚਾਹੁੰਦੇ ਹੋ ਤੇ ਮਿਹਰਬਾਨੀ ਕਰਕੇ ਸਾਰਿਆਂ ਭਾਈਆਂ ਅੱਗੇ ਪਿਆਰ ਭਰੀ ਰਿਕੁਐਸਟ ਹੈ ਕਿ ਲੀਗਲ ਤਰੀਕਾ ਇਸਤੇਮਾਲ ਕਰੋ। ਲੀਗਲ ਤਰੀਕੇ ਨਾਲ ਜੇ ਅਗਰ ਤੁਸੀਂ ਪਹੁੰਚ ਸਕਦੇ ਹੋ ਜ਼ਰੂਰ ਆਓ। ਡੰਕੀ ਜਿਹੜੀ ਹੈ ਤੁਹਾਡੀ ਜ਼ਿੰਦਗੀ ਨੂੰ ਵੀ ਖਤਰਾਤ ਨਾ, ਔਰ ਉਸ ਤੋਂ ਬਾਅਦ ਇਹ ਇੱਕ ਗੈਰ ਕਾਨੂੰਨੀ ਕੰਮ ਹੈ। ਲੀਗਲ ਤਰੀਕੇ ਨਾਲ ਅਗਰ ਸਾਡੀ ਨੌਜਵਾਨ ਨਸਲ ਇੱਥੇ ਆਵੇ ਤਾਂ ਉਹਨੂੰ ਜ਼ਰੂਰ ਆਉਣਾ ਚਾਹੀਦਾ। ਬਹੁਤ ਸ਼ੁਕਰੀਆ ਮੁਦੱਸਰ ਇਕਬਾਲ ਗੋਂਦਲ ਸਾਹਿਬ, ਆਪ ਦੇ ਵਕਤ ਦਾ। ਆਪਨੇ ਬੜੇ ਸਵਾਲ ਸਨ ਜਿਹੜੇ ਮੇਰੇ ਦਿਮਾਗ ਦੇ ਵਿੱਚ ਸਨ, ਮੈਂ ਲੋਕਾਂ ਨੂੰ ਵੀ ਦੱਸਣਾ ਚਾਹੁੰਦਾ ਸੀ। ਆਪਨੇ ਸਾਰੇ ਸ਼ਕੂਕ ਸ਼ੁਬਾਤ ਦੂਰ ਕੀਤੇ ਨੇ। ਆਪ ਦਾ ਬਹੁਤ शुक्रिया। जी बहुत शुक्रिया, मेहरबानी, थैंक यू वेरी मच। नाजरीन, ये जो इंटरव्यू है सोशल मीडिया के हर नेटवर्क पे आपको मिलेगा, इसको देखें। अगर आपको ये सवाल अच्छे लगते हैं इसको शेयर करें। इंशाल्लाह एक नई वीडियो के साथ आपके साथ मुलाकात होगी। अस्सलामु अलैकुम वरहमतुल्लाहि वबरकातुहू।